गुड मॉर्निंग स्टूडेंट्स। अज आप क्लास 8th का इतिहास का पाठ 9वां करन जा रहे हैं जिसका नाम है कदों किथे अते किवें। जिवें कि तुहानूं पता ही है कि कदों किथे किवें असी इतिहास बारे पढ़ रहे हाँ, तो सब तो पहला ये पता होना जरूरी है कि इतिहास की हुंदा है। तो असी पढ़ते हाँ बीते समय दीयां घटनावां दा अध्ययन। जिस अध्ययन के अंदर असी बीते हुए समय दी घटनावां यानी कि अज तो पिछे जो भी घट चुकिया है उसनूं असी बीते हुए समा कह दिंदे हां। बीते हुए समय में जो भी महत्वपूर्ण घटनावां घटदियां ने उन्हां दा जदों असी अध्ययन करदे हां तां असी की कहंदे हां कि असी इतिहास का अध्ययन कर रहे हां। इतिहास नूं अगे 3 कालां दे विच वंडिया गया है, प्राचीन, मध्यकाल ते आधुनिक काल। ਜਦੋਂ ਤੁਸੀਂ 6ਵੀਂ ਚ ਪੜ੍ਹਦੇ ਹੁੰਦੇ ਸੀ ਤਾਂ ਤੁਸੀਂ ਪ੍ਰਾਚੀਨ ਕਾਲ ਪੜ੍ਹਦੇ ਸੀ ਜਿਹਦੇ ਵਿੱਚ ਆਦਿ ਮਨੁੱਖ ਦੀ ਜ਼ਿੰਦਗੀ ਬਾਰੇ, ਆਦਿ ਮਨੁੱਖ ਨੇ ਪਹੀਆ ਕਿਵੇਂ ਖੋਜਿਆ, ਆਦਿ ਮਨੁੱਖ ਨੇ ਅੱਗ ਦੀ ਖੋਜ ਕਿਵੇਂ ਕੀਤੀ, ਆਦਿ ਮਨੁੱਖ ਨੇ ਕੱਪੜੇ ਕਿਵੇਂ ਪਾਣੇ ਸ਼ੁਰੂ ਕੀਤੇ ਆਦਿ ਇਸ ਸੰਬੰਧਿਤ ਗੱਲਾਂ ਪੜ੍ਹਦੇ ਸੀ। ਜਦੋਂ ਤੁਸੀਂ 7th ਵਿੱਚ ਯਾਨੀ ਕਿ ਲਾਸਟ ਈਅਰ ਤੁਸੀਂ ਕੀ ਪੜ੍ਹਦੇ ਸੀ, ਮੱਧਕਾਲ ਬਾਰੇ, सल्तनत काल बारे, मुगलों ने किवें शासन प्रबंध बनाया, किहड़ियां इमारतां बनियां, किहड़ियां किताबां लिखियां गईयां आदि बारे पढ़िया। हुण तुसीं 8th विच हो गए हो, हुण आपां पढ़ांगे आधुनिक काल बारे। आधुनिक काल जो कि 18वीं सदी तो भारत में शुरू होया मन्निया जाता है। सारे संसार के देशों के विच आधुनिक काल इक्को समय ते ही शुरू होया नहीं मन्निया जाता। सारे देशों के विच इस नूं अलग अलग समय ते मिथ्या गया है। जिवें कि आपां यूरोप की ही उदाहरण ले लीए तां 16वीं सदी विच यूरोप दे विच आधुनिक काल शुरू हो गया सी क्योंकि उत्थे विज्ञान, उद्योग, मशीनां आदि की तरक्की हो चुकी सी ते उस तो ही उन्होंने आधुनिक काल कहा जान लग गया। जबकि साडे भारत में इस तरह की कोई तरक्की नहीं हुई सी, इस करके 16वीं सदी विच भारत विच मध्यकाल ही चल रहा सी। मध्यकाल चल रहा सी तो ऑब्वियस है मुगलों का काल चलता पिया सी। मुगलों के काल दे विच जिवें कि आपां 7वीं च पढ़िया सीगा, औरंगजेब तो बाद जिन्ने उत्तराधिकारी होए सी वो कमजोर सी। वो कमजोर सी, वो आपस च लड़ रहे सी शक्ति के लिए ते उन्हां दे अधीन जिन्ने राजे महाराजे सी वो भी शक्ति के लिए जिहड़ा है वो लड़न लग पए। उन्हां दी आपसी लड़ाइयां, आपसी संघर्षां दे करके बहुत सारियां नवीं शक्तियां दा जिहड़ा है उत्थान होण लग पिया, जिवें कि सिख, रोहेले, मराठे आदि इहो जिहियां शक्तियां दा उत्थान होया। ਇਹ ਵੀ ਸ਼ਕਤੀਆਂ ਆਪਸ ਦੇ ਵਿੱਚ ਸ਼ਕਤੀ ਦੇ ਲਈ ਸੰਘਰਸ਼ ਕਰਨ ਲੱਗ ਗਈਆਂ। ਜਦੋਂ ਬਾਹਰ ਦੇ ਦੇਸ਼ਾਂ ਨੇ ਦੇਖਿਆ ਕਿ ਭਾਰਤ ਵਿੱਚ ਤਾਂ ਸ਼ਕਤੀ ਦੇ ਲਈ ਸੰਘਰਸ਼ ਚੱਲ ਰਿਹਾ ਹੈ ਤਾਂ ਉਹਨਾਂ ਨੇ ਇਸ ਸਮੇਂ ਦਾ ਫਾਇਦਾ ਚੁੱਕਿਆ ਤਾਂ ਬਾਹਰੋਂ ਬਹੁਤ ਸਾਰੀਆਂ ਸ਼ਕਤੀਆਂ ਭਾਰਤ ਵਿੱਚ ਆਉਣ ਲੱਗ ਪਈਆਂ ਜਿਨ੍ਹਾਂ ਦੇ ਵਿੱਚ ਡੱਚ, ਫਰਾਂਸੀਸੀ, ਪੁਰਤਗਾਲੀ ਤੇ ਅੰਗਰੇਜ਼ ਸ਼ਾਮਲ ਸਨ। ਇਹਨਾਂ ਨੇ ਵੀ ਆ ਕੇ ਭਾਰਤ ਦੇ ਵਿੱਚ ਆਪਣੀ ਸ਼ਕਤੀ ਹਾਸਲ ਕਰਨ ਦੇ, ਆਪਣੀ ਸ਼ਕਤੀ ਸਥਾਪਿਤ ਕਰਨ ਦੇ ਜਿਹੜੇ ਹੈ ਅਵਸਰ ਤਲਾਸ਼ਣੇ ਸ਼ੁਰੂ ਕਰ ਦਿੱਤੇ। ਜਦੋਂ ਇਹਨਾਂ ਦੀ ਭਾਰਤ ਵਿੱਚ ਹੋਂਦ ਆਈ ਜਾਂ ਕਹਿ ਸਕਦੇ ਹਾਂ ਕਿ ਜਦੋਂ ਇਹਨਾਂ ਨੇ ਭਾਰਤ ਵਿੱਚ ਆ ਕੇ ਆਪਦਾ ਕਾਰੋਬਾਰ ਸ਼ੁਰੂ ਕੀਤਾ ਉਸ ਸਮੇਂ ਨੂੰ ਅਸੀਂ ਆਧੁਨਿਕ ਕਾਲ ਕਹਿਣਾ ਸ਼ੁਰੂ ਕਰ ਦਿੱਤਾ ਹੈ। ਭਾਰਤ ਵਿੱਚ ਆਧੁਨਿਕ ਕਾਲ ਦਾ ਆਰੰਭ ਪਤਾ ਲੱਗਦਾ ਹੈ ਕਿ 18ਵੀਂ ਸਦੀ ਦੇ ਵਿੱਚ ਹੋਇਆ ਸੀ। ਉਸ ਸਮੇਂ ਸਮਾਜ ਦੀ ਹਾਲਤ ਦੀ ਜੇ ਗੱਲ ਕਰੀਏ ਸਭ ਤੋਂ ਪਹਿਲਾਂ ਪੜਾਂਗੇ ਸਮਾਜ ਦੀ ਹਾਲਤ ਕਿਹੋ ਜਿਹੀ ਸੀ ਤੇ ਸਮਾਜ ਦੀ ਹਾਲਤ ਦੀ ਗੱਲ ਕਰੀਏ ਤਾਂ ਬਹੁਤ ਹੀ ਬੁਰੀ ਸੀ। ਉਸ ਸਮੇਂ ਬਹੁਤ ਸਾਰੀਆਂ ਸਮਾਜਿਕ ਬੁਰਾਈਆਂ ਫੈਲੀਆਂ ਹੋਈਆਂ ਸੀ, ਲੋਕਾਂ ਵਿੱਚ ਬਹੁਤ ਤਰ੍ਹਾਂ ਦੇ ਅੰਧ ਵਿਸ਼ਵਾਸ ਸੀ, ਕਈ ਕੁਰੀਤੀਆਂ ਜਿਵੇਂ ਕਿ ਸਤੀ ਪ੍ਰਥਾ, ਬਾਲ ਵਿਵਾਹ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਚੱਲ ਰਹੀਆਂ ਸੀ ਤੇ ਸਮਾਜ ਸੁਧਾਰਕਾਂ ਦਾ ਉਦੇਸ਼ ਸੀਗਾ ਕਿ ਇਹਨਾਂ ਸਮਾਜ ਦੀਆਂ ਸਮੱਸਿਆਵਾਂ ਨੂੰ ਹੱਲ ਕੀਤਾ ਜਾਵੇ। ਤਾਂ ਬਹੁਤ ਸਾਰੇ ਸਮਾਜ ਸੁਧਾਰਕਾਂ ਨੇ ਸੁਧਾਰ ਕਰਨੇ ਸ਼ੁਰੂ ਕੀਤੇ। ਉਹਨਾਂ ਨੇ ਇਹੋ ਜਿਹੀਆਂ ਜਿਹੜੀਆਂ ਕੁਰੀਤੀਆਂ, ਕੁਪ੍ਰਥਾਵਾਂ ਚੱਲ ਰਹੀਆਂ ਸੀ ਉਹਨਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਅਤੇ ਇਹਨਾਂ ਨੂੰ ਸਮਾਜ ਤੋਂ ਜੜੋਂ ਖਤਮ ਕਰਨ ਦੇ ਲਈ ਉਹਨਾਂ ਨੇ ਕਈ ਸਕੂਲ ਕਾਲਜ ਜਿਹੜੇ ਹੈ ਉਹ ਸਥਾਪਿਤ ਕੀਤੇ। ਸਕੂਲ ਕਾਲਜ ਉਹਨਾਂ ਨੇ ਸਥਾਪਿਤ ਕੀਤੇ, ਇਸ ਦੇ ਰਾਹੀਂ ਉਹਨਾਂ ਨੇ ਲੋਕਾਂ ਨੂੰ ਸਿੱਖਿਆ ਦੇਣ ਦਾ ਕੰਮ ਸ਼ੁਰੂ ਕਰ ਦਿੱਤਾ। ਪਹਿਲਾਂ ਤਾਂ ਲੋਕਾਂ ਨੂੰ ਜਿਹੜੀ ਸਿੱਖਿਆ ਸੀਗੀ ਉਹ ਸਿਰਫ ਮਾਤ ਭਾਸ਼ਾ ਦੇ ਵਿੱਚ ਹੀ ਦਿੱਤੀ ਜਾਂਦੀ ਸੀ, ਜਿਹੜੀ ਵੀ ਉਹ ਭਾਸ਼ਾ ਜਾਣਦੇ ਸੀ ਉਹਨਾਂ ਭਾਸ਼ਾਵਾਂ 'ਚ ਦਿੱਤੀ ਸੀ। ਪਰ ਜਦੋਂ ਬਾਹਰੋਂ ਦੀ ਸ਼ਕਤੀਆਂ ਆਉਣੀਆਂ ਸ਼ੁਰੂ ਹੋਈਆਂ ਤਾਂ ਇਹ ਲੱਗਿਆ ਕਿ ਇਹ ਸਾਨੂੰ ਵੀ ਪੂਰਬੀ ਭਾਸ਼ਾਵਾਂ ਦਾ ਗਿਆਨ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਸਾਡੇ ਦੇਸ਼ ਵਿੱਚ ਪੂਰਬੀ ਭਾਸ਼ਾਵਾਂ ਦੇ ਵਿੱਚ ਵੀ ਜਿਹੜੀ ਹੈ ਸਿੱਖਿਆ ਸ਼ੁਰੂ ਹੋ ਗਈ। ਭਾਰਤ ਦਾ ਆਜ਼ਾਦ ਹੋਣਾ, ਇਸ ਤੋਂ ਬਾਅਦ ਕੀ ਹੋਇਆ ਕਿ ਜਦੋਂ ਪੂਰਬੀ ਭਾਸ਼ਾਵਾਂ ਦੀ ਸਿੱਖਿਆ ਦੇਣ ਲੱਗੇ ਤਾਂ ਅਸੀਂ ਪੂਰਬੀ ਭਾਸ਼ਾਵਾਂ ਦੇ ਵਿੱਚ ਲਿਖਿਆ ਹੋਇਆ ਲਿਟਰੇਚਰ ਪੜ੍ਹਿਆ, ਸਾਨੂੰ ਸੁਤੰਤਰਤਾ, ਆਪਸੀ ਭਾਈਚਾਰਾ ਇਹਨਾਂ ਭਾਵਨਾਵਾਂ ਬਾਰੇ ਪਤਾ ਲੱਗਿਆ। ਸੰਵਿਧਾਨ ਕੀ ਹੁੰਦਾ ਹੈ, ਕਾਨੂੰਨ ਕੀ ਹੁੰਦੇ ਨੇ, ਸਰਕਾਰ ਕੀ ਹੁੰਦੀ ਹੈ, ਇਹਨਾਂ ਗੱਲਾਂ ਬਾਰੇ ਪਤਾ ਲੱਗਣਾ ਸ਼ੁਰੂ ਹੋਇਆ। ਜਦੋਂ ਇਹੋ ਜਿਹੀਆਂ ਭਾਵਨਾਵਾਂ ਨੇ ਲੋਕਾਂ ਦੇ ਦਿਲਾਂ ਵਿੱਚ ਘਰ ਕਰ ਲਿਆ ਤੇ ਲੋਕਾਂ ਦੇ ਮਨ ਦੇ ਵਿੱਚ ਅੰਗਰੇਜ਼ੀ ਸ਼ਾਸਨ ਨੂੰ ਖਤਮ ਕਰਨ ਲਈ ਜਿਹੜੀ ਹੈ ਭਾਵਨਾ ਪੈਦਾ ਹੋਣ ਲੱਗੀ ਕਿਉਂਕਿ ਉਹ ਹੁਣ ਇਹਨਾਂ ਦੇ ਅਤਿਆਚਾਰ ਕੋਟ ਸਹਿਣ ਨਹੀਂ ਕਰ ਸਕਦੇ ਸੀ।
ਤੇ ਇਸ ਤਰ੍ਹਾਂ ਉਹਨਾਂ ਨੇ ਭਾਰਤ ਦੀ ਆਜ਼ਾਦੀ ਦਾ ਸੰਘਰਸ਼ ਸ਼ੁਰੂ ਕੀਤਾ ਤੇ 1947 15 ਅਗਸਤ 1947 ਨੂੰ ਭਾਰਤ ਜਿਹੜਾ ਹੈ ਉਹ ਆਜ਼ਾਦ ਹੋ ਗਿਆ। ਇਹ ਸਾਰਾ ਅਸੀਂ ਇਸ ਆਧੁਨਿਕ ਕਾਲ ਦੇ ਜਦੋਂ ਅਸੀਂ ਅਧਿਐਨ ਕਰਾਂਗੇ ਇਸ ਸਾਲ ਉਹਦੇ ਵਿੱਚ ਇਹ ਅਧਿਐਨ ਕਰਾਂਗੇ ਭਾਰਤ ਦੇ ਅੰਗਰੇਜ਼ਾਂ ਦੇ ਅਧੀਨ ਗੁਲਾਮ ਹੋਣ ਤੋਂ ਲੈ ਕੇ ਭਾਰਤ ਦੀ ਆਜ਼ਾਦੀ ਤੱਕ ਦਾ ਜੋ ਇਤਿਹਾਸ ਹੈ ਆਪਾਂ ਉਸ ਬਾਰੇ ਇਸ ਸਾਲ ਜਿਹੜਾ ਹੈ ਉਹ ਅਧਿਐਨ ਕਰਾਂਗੇ। ਅੱਗੋਂ ਗੱਲ ਆਉਂਦੀ ਹੈ ਆਧੁਨਿਕ ਕਾਲ ਦੀਆਂ ਮੁੱਖ ਪ੍ਰਗਤੀਆਂ। ਇਸ ਆਧੁਨਿਕ ਕਾਲ ਦੇ ਵਿੱਚ ਕੀ ਕੁਝ ਹੋਇਆ? ਤਾਂ ਸਭ ਤੋਂ ਪਹਿਲਾਂ ਤਾਂ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਕਿ ਮੁਗਲਾਂ ਦੇ ਸ਼ਕਤੀ ਦੇ ਹਨਨ ਦੇ ਕਾਰਨ ਬਹੁਤ ਸਾਰੀਆਂ ਸ਼ਕਤੀਆਂ ਪੈਦਾ ਹੋ ਗਈਆਂ ਸੀ ਤੇ ਉਹਨਾਂ ਨੇ ਸੁਤੰਤਰ ਰਾਜ ਸਥਾਪਿਤ ਕਰਨੇ ਸ਼ੁਰੂ ਕਰ ਦਿੱਤੇ ਸੀ। ਇਹਨਾਂ ਵਿੱਚ ਸਭ ਤੋਂ ਪਹਿਲਾਂ 1724 ਚ ਨਿਜ਼ਾਮੁਲ ਮੁਲਕ ਨੇ ਹੈਦਰਾਬਾਦ ਸੁਤੰਤਰ ਰਾਜ ਦੀ ਨੀਂਹ ਰੱਖੀ। ਫਿਰ 1739 ਵਿੱਚ ਸਿਆਦਤ ਖਾਨ ਦੁਆਰਾ ਅਵਧ ਸੁਤੰਤਰ ਰਾਜ ਦੀ ਵੀ ਨੀਂਹ ਰੱਖੀ ਗਈ ਤੇ ਮੈਸੂਰ ਦੇ ਵਿੱਚ ਟੀਪੂ ਸੁਲਤਾਨ, ਹੈਦਰ ਅਲੀ ਇਹਨਾਂ ਦਾ ਸ਼ਾਸਨ ਸ਼ੁਰੂ ਹੋ ਗਿਆ। ਮਰਾਠਿਆਂ ਨੇ ਪੇਸ਼ਵਾ ਦੀ ਅਧੀਨਗੀ ਅਧੀਨ ਬਹੁਤ ਸਾਰੇ ਇਲਾਕੇ ਜਿਹੜੇ ਆਪਣੇ ਅਧੀਨ ਕਰ ਲਏ। ਯੂਰੋਪੀਅਨ ਸ਼ਕਤੀਆਂ ਵੀ ਆਪਦਾ ਜਿਹੜਾ ਹੈ ਸ਼ਕਤੀ ਪ੍ਰਦਰਸ਼ਨ ਕਰਨ ਲੱਗੀਆਂ। ਪੁਰਤਗਾਲੀ, ਡਚ, ਫਰਾਂਸੀਸੀ ਤੇ ਅੰਗਰੇਜ਼ ਇਹ ਆਪਸ ਵਿੱਚ ਇੱਕ ਦੂਜੇ ਤੋਂ ਵੱਧ ਸ਼ਕਤੀ ਹਾਸਲ ਕਰਨ ਦੇ ਲਈ ਸੰਘਰਸ਼ ਕਰਨ ਲੱਗੇ। ਫਰਾਂਸੀਸੀਆਂ ਤੇ ਅੰਗਰੇਜ਼ਾਂ ਵਿਚਕਾਰ ਤਾਂ ਬਹੁਤ ਹੀ ਘਮਸਾਨ ਯੁੱਧ ਹੋਇਆ ਕਿਉਂਕਿ ਉਹ ਇੱਕ ਦੂਜੇ ਤੋਂ ਆਪਣੇ ਆਪ ਨੂੰ ਜ਼ਿਆਦਾ ਸ਼ਕਤੀਸ਼ਾਲੀ ਸਿੱਧ ਕਰਨਾ ਚਾਹੁੰਦੇ ਸਨ। ਇਹ ਯੁੱਧ ਜਿਹੜੇ ਹੋਏ ਫਰਾਂਸੀਸੀਆਂ ਤੇ ਅੰਗਰੇਜ਼ਾਂ ਵਿਚਕਾਰ ਇਹਨਾਂ ਨੂੰ ਅਸੀਂ ਕਰਨਾਟਕ ਦੇ ਯੁੱਧ ਕਹਿੰਦੇ ਹਾਂ। ਕਰਨਾਟਕ ਯੁੱਧ ਕਿਹਾ ਜਾਂਦਾ ਇਹਨਾਂ ਨੂੰ। ਇਹ 3 ਯੁੱਧ ਹੋਏ ਸੀ 1744 ਤੋਂ ਲੈ ਕੇ 1763 ਤੱਕ ਤੇ ਇਸ ਤੋਂ ਬਾਅਦ ਅੰਗਰੇਜ਼ਾਂ ਦੀ ਜਿਹੜੀ ਹੈ ਜਿੱਤ ਹੋ ਗਈ ਤੇ ਭਾਰਤ ਦੇ ਵਿੱਚ ਅੰਗਰੇਜ਼ਾਂ ਦੀ ਜਿਹੜੀ ਸ਼ਕਤੀ ਹੈ ਸਥਾਪਿਤ ਹੋ ਗਈ ਤੇ ਇਸ ਤਰ੍ਹਾਂ ਭਾਰਤ ਜਿਹੜਾ ਹੈ ਅੰਗਰੇਜ਼ਾਂ ਦੇ ਅਧੀਨ ਆ ਗਿਆ। ਹੁਣ ਬੱਚੋ ਤੁਹਾਡੇ ਦਿਮਾਗ ਦੇ ਵਿੱਚ ਇੱਕ ਸਵਾਲ ਜ਼ਰੂਰ ਆ ਰਿਹਾ ਹੋਵੇਗਾ ਕਿ ਸਾਨੂੰ ਇਹਨਾਂ ਸਾਰੀਆਂ ਗੱਲਾਂ ਬਾਰੇ ਕਿੱਥੋਂ ਪਤਾ ਲੱਗਦਾ ਹੈ। ਆਪਾਂ ਪੜ੍ਹ ਲਿਆ ਕਿਵੇਂ ਕੀ ਕੁਝ ਹੋਇਆ ਤੇ ਕਦੋਂ ਹੋਇਆ, ਆਪਾਂ ਸਾਰਾ ਅਧਿਐਨ ਕਰ ਲਿਆ। ਹੁਣ ਇਹ ਸਾਨੂੰ ਕਿੱਥੋਂ ਪਤਾ ਲੱਗਿਆ ਇਹ ਸਵਾਲ ਪੈਦਾ ਹੁੰਦਾ ਹੈ। ਤਾਂ ਆਪਾਂ ਜਾਣਦੇ ਹਾਂ ਕਿ ਇਤਿਹਾਸ ਦੇ ਕੁਝ ਸਰੋਤ ਹੁੰਦੇ ਨੇ। ਸਰੋਤ ਯਾਨੀ ਕਿ ਜਿਨ੍ਹਾਂ ਤੋਂ ਸਾਨੂੰ ਇਤਿਹਾਸ ਬਾਰੇ ਜਾਣਕਾਰੀ ਮਿਲਦੀ ਹੈ। ਤਾਂ ਆਪਾਂ ਪੜਾਂਗੇ ਆਧੁਨਿਕ ਕਾਲ ਦੇ ਇਤਿਹਾਸ ਦੇ ਕਿਹੜੇ-ਕਿਹੜੇ ਸਰੋਤ ਸੀਗੇ। ਤਾਂ ਸਭ ਤੋਂ ਪਹਿਲਾ ਹੈ ਪੁਸਤਕਾਂ। ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ ਕਿ ਇਸ ਕਾਲ ਦੇ ਦੌਰਾਨ ਕੀ ਹੋਇਆ ਸੀਗਾ ਕਿ ਲੋਕਾਂ ਨੂੰ ਸਿੱਖਿਆ ਦੇਣ ਲੱਗ ਗਏ ਸੀ ਤਾਂ ਬਹੁਤ ਸਾਰਾ ਲਿਟਰੇਚਰ ਲਿਖਿਆ ਜਾਣ ਲੱਗ ਗਿਆ। ਜਿਹੜੀਆਂ ਆਪਣੀਆਂ ਲੋਕਲ ਭਾਸ਼ਾਵਾਂ ਸੀਗੀਆਂ ਜਿਵੇਂ ਕਿ ਬੰਗਾਲੀ, ਪੰਜਾਬੀ, ਉਰਦੂ, ਹਿੰਦੀ, ਮਰਾਠੀ ਇਹਨਾਂ ਦੇ ਨਾਲ ਇੰਗਲਿਸ਼ ਦੇ ਵਿੱਚ ਵੀ ਬਹੁਤ ਸਾਰੀ ਕਿਤਾਬਾਂ ਲਿਖੀਆਂ ਜਾਣ ਲੱਗ ਗਈਆਂ। ਇਹਨਾਂ ਕਿਤਾਬਾਂ ਦੇ ਵਿੱਚ ਉਸ ਸਮੇਂ ਨੂੰ ਜੋ ਵੀ ਵਾਪਰ ਰਿਹਾ ਸੀ ਆਸੇ-ਪਾਸੇ ਉਸ ਬਾਰੇ ਜਾਣਕਾਰੀ ਦਿੱਤੀ ਜਾਂਦੀ ਸੀ ਜਿਨ੍ਹਾਂ ਨੂੰ ਪੜ੍ਹ ਕੇ ਸਾਨੂੰ ਉਸ ਸਮੇਂ ਦੀ ਹਾਲਾਤਾਂ ਦੀ ਜਾਣਕਾਰੀ ਮਿਲਦੀ ਹੈ। ਦੂਸਰੇ ਨੰਬਰ ਤੇ ਹੈ ਸਰਕਾਰੀ ਦਸਤਾਵੇਜ਼। ਜਦੋਂ ਸਰਕਾਰ ਦੇ ਕੰਮਕਾਜ ਸਰਕਾਰ ਯਾਨੀ ਕਿ ਅੰਗਰੇਜ਼ਾਂ ਦੀ ਸਰਕਾਰ ਸਥਾਪਿਤ ਹੋ ਗਈ ਔਰ ਉਹਨਾਂ ਨੇ ਆਪਣੇ ਕੰਮਕਾਜ ਸ਼ੁਰੂ ਕਰ ਦਿੱਤੇ ਤਾਂ ਉਹਨਾਂ ਨੇ ਕੀ ਕੁਝ ਕੀਤਾ ਆਪਣੇ ਕੰਮਾਂ ਵਿੱਚ। ਉਹਨਾਂ ਨੇ ਇਸ ਗੱਲ ਦਾ ਰਿਕਾਰਡ ਰੱਖਣਾ ਸ਼ੁਰੂ ਕਰਤਾ, ਦਸਤਾਵੇਜ਼ ਬਣਾਉਣੇ ਸ਼ੁਰੂ ਕਰ ਦਿੱਤੇ। ਕਿਸੇ ਵੀ ਘਟਨਾ ਦੀ ਜਾਣਕਾਰੀ ਲੈਣੀ ਹੁੰਦੀ ਸੀ ਤਾਂ ਇਸ ਦੇ ਲਈ ਵੀ ਚਿੱਠੀ ਪੱਤਰ ਲਿਖੇ ਜਾਂਦੇ ਸੀ। ਇਸ ਦੇ ਲਈ ਵੀ ਰਿਕਾਰਡ ਸਿਸਟਮ ਦੇ ਵਿੱਚ ਦਸਤਾਵੇਜ਼ ਫਾਈਲ ਅਪ ਕੀਤੇ ਜਾਂਦੇ ਸੀ, ਫਾਈਲਾਂ ਦੇ ਵਿੱਚ ਰੱਖੇ ਜਾਂਦੇ ਸੀ। ਜਦੋਂ ਅਸੀਂ ਇਹਨਾਂ ਦਸਤਾਵੇਜ਼ਾਂ ਦਾ ਅਧਿਐਨ ਕਰਦੇ ਹਾਂ ਤਾਂ ਵੀ ਸਾਨੂੰ ਉਸ ਸਮੇਂ ਹੋਈਆਂ ਘਟਨਾਵਾਂ ਦੀ ਜਾਣਕਾਰੀ ਮਿਲਦੀ ਹੈ। ਉਸ ਤੋਂ ਬਾਅਦ ਹੈ ਅਖਬਾਰਾਂ, ਮੈਗਜ਼ੀਨ ਅਤੇ ਰਸਾਲੇ। ਜਿਵੇਂ ਕਿ ਆਪਾਂ ਪਹਿਲਾਂ ਹੀ ਪੁਸਤਕਾਂ ਬਾਰੇ ਵੀ ਗੱਲ ਕਰ ਚੁੱਕੇ ਹਾਂ ਤਾਂ ਉਸ ਸਮੇਂ ਭਾਸ਼ਾਵਾਂ ਦਾ ਬਹੁਤ ਜ਼ਿਆਦਾ ਵਿਕਾਸ ਹੋਣ ਕਰਕੇ ਛਾਪੇਖਾਨੇ ਦਾ ਵੀ ਵਿਕਾਸ ਹੋਇਆ। ਛਾਪੇਖਾਨੇ ਦਾ ਵਿਕਾਸ ਹੋਣ ਨਾਲ ਕੀ ਹੋਇਆ ਕਿ ਅਖਬਾਰਾਂ, ਮੈਗਜ਼ੀਨ ਤੇ ਰਸਾਲੇ ਵੀ ਛਾਪੇ ਜਾਣੇ ਸ਼ੁਰੂ ਕਰ ਦਿੱਤੇ ਗਏ। ਬਹੁਤ ਸਾਰੇ ਜਿਹੜੇ ਹੈ ਅਖਬਾਰਾਂ ਤੇ ਰਸਾਲਿਆਂ ਦੇ ਨਾਲ ਲੋਕਾਂ ਨੂੰ ਜਾਗਰਤੀ ਹਾਸਲ ਹੋਈ ਤੇ ਉੱਥੋਂ ਹੀ ਸਾਨੂੰ ਉਸ ਸਮੇਂ ਦੀ ਘਟਨਾਵਾਂ ਦਾ ਪਤਾ ਲੱਗਦਾ ਹੈ। ਉਸ ਸਮੇਂ ਦੇ ਕੁਝ ਪ੍ਰਸਿੱਧ ਅਖਬਾਰ ਹਨ ਜਿਵੇਂ ਕਿ ਦਾ ਟ੍ਰਿਬਿਊਨ, ਦਾ ਇੰਡੀਆ ਟੁਡੇ आदि। उस बाद अगला है अपना इतिहासक इमारत। आपदे कामकाज नूं चलाउण दे लई, ठीक है, आपदे रहन सहन दे लई अंग्रेज़ां ने बहुत सारिया इतिहासक इमारत बनवाइयां उस समय दे विच जिहड़ियां अज भी मौजूद ने, जिवें कि राष्ट्रपति भवन है, संसद भवन है, बिरला हाउस है।
ਇਹ ਇਸ ਤਰ੍ਹਾਂ ਦੀ ਕੁਝ ਇਮਾਰਤਾਂ ਨੇ ਜਿਨ੍ਹਾਂ ਦੇ ਵਿੱਚ ਜਾਈਏ ਤਾਂ ਸਾਨੂੰ ਉਸ ਸਮੇਂ ਦੇ ਆਰਕੀਟੈਕਚਰ ਦੇ ਬਾਰੇ, ਉਸ ਸਮੇਂ ਦੇ ਰਾਜਨੀਤੀ, ਆਰਥਿਕ, ਲੋਕਾਂ ਦੀਆਂ ਰੁਚੀਆਂ ਬਾਰੇ ਜਿਹੜੀ ਹੈ ਜਾਣਕਾਰੀ ਪ੍ਰਾਪਤ ਹੁੰਦੀ ਹੈ। ਲਾਸਟ ਹੈ ਆਪਣਾ ਚਿੱਤਰਕਲਾ ਅਤੇ ਬੁੱਤ। ਉਸ ਸਮੇਂ ਬਹੁਤ ਸਾਰੀਆਂ ਪੇਂਟਿੰਗਸ, ਬਹੁਤ ਸਾਰੀਆਂ ਤਸਵੀਰਾਂ ਬਣਾਈਆਂ ਗਈਆਂ, ਬਹੁਤ ਸਾਰੇ ਬੁੱਤ ਬਣਾਏ ਗਏ ਜਿਨ੍ਹਾਂ ਦੇ ਨਾਲ ਨਾਲ ਉਹਨਾਂ ਦੇ ਬਣਾਉਣ ਦਾ ਸਮਾਂ ਜਾਂ ਉਹਨਾਂ ਦੇ ਉੱਪਰ ਉਸ ਸਮੇਂ ਦੇ ਰਾਜੇ ਮਹਾਰਾਜਿਆਂ ਦੀਆਂ ਫੋਟੋਆਂ ਲਗਾ ਕੇ ਜਿਹੜੀ ਹੈ ਜਾਣਕਾਰੀ ਸਾਨੂੰ ਮਿਲਦੀ ਹੈ ਕਿ ਕਿਸ ਸਮੇਂ ਕਿਹੜੇ ਗਵਰਨਰ ਜਨਰਲ ਦਾ ਜਾਂ ਕਿਸ ਗਵਰਨਰ ਜਨਰਲ ਦੇ ਅਧੀਨ ਕੀ ਗਤੀਵਿਧੀਆਂ ਹੋਈਆਂ ਜਾਂ ਕੀ ਚਿੱਤਰਕਾਰੀਆਂ ਦੇ ਨਾਲ ਆਪਾਂ ਨੂੰ ਪਤਾ ਲੱਗਦਾ ਕੀ ਘਟਨਾਵਾਂ ਵਾਪਰੀਆਂ। ਇਹ ਸਾਰੀ ਜਾਣਕਾਰੀ ਮਿਲਦੀ ਹੈ। ਇਸ ਤਰ੍ਹਾਂ ਸਾਡਾ ਅੱਜ ਦਾ ਜਿਹੜਾ ਪਾਠ ਹੈ, ਟੌਪਿਕ ਜਿਹੜਾ ਆਪਣਾ ਕਦੋਂ, ਕਿੱਥੇ ਤੇ ਕਿਵੇਂ ਪੂਰਾ ਹੁੰਦਾ ਹੈ। ਤਾਂ ਇਸ ਦੇ ਵਿੱਚ ਆਪਾਂ ਇਹ ਪੜ੍ਹਿਆ ਹੈ ਕਿ ਕਿਸ ਤਰ੍ਹਾਂ ਭਾਰਤ ਦੇ ਵਿੱਚ ਜਿਹੜੀਆਂ ਹੈ ਅੰਗਰੇਜ਼ੀ ਸ਼ਕਤੀਆਂ ਆਈਆਂ ਔਰ ਉਹਨਾਂ ਨੇ ਜਿਹੜਾ ਹੈ ਭਾਰਤ ਦੇ ਵਿੱਚ ਆਪਣਾ ਸ਼ਾਸਨ ਪ੍ਰਬੰਧ ਸਥਾਪਿਤ ਕਰਨਾ ਸ਼ੁਰੂ ਕਰ ਦਿੱਤਾ। ਤੇ ਨਾਲ ਹੀ ਸਾਨੂੰ ਇਹ ਪਤਾ ਲੱਗਦਾ ਹੈ ਕਿ ਇਹ ਗੱਲਾਂ ਦੀ ਜਾਣਕਾਰੀ ਯਾਨੀ ਕਿ ਇਹ ਘਟਨਾਵਾਂ ਕਦੋਂ, ਕਿਵੇਂ, ਕਿੱਥੇ ਵਾਪਰੀਆਂ, ਇਹ ਸਾਰੀ ਜਾਣਕਾਰੀ ਸਾਨੂੰ ਕਿਹੜੇ ਸਰੋਤਾਂ ਤੋਂ ਮਿਲਦੀ ਹੈ ਉਸ ਬਾਰੇ ਆਪਾਂ ਅਧਿਐਨ ਕੀਤਾ ਹੈ। ਉਮੀਦ ਕਰਦੀ ਹਾਂ ਤੁਹਾਨੂੰ ਇਹ ਵਿਸ਼ਾ ਸਮਝ ਆਇਆ ਹੋਵੇਗਾ। ਧੰਨਵਾਦ।